इस वारी चोणां 'ਚ बहुत ਵੱਡੇ ਪੱਧਰ ਤੇ ਉੱਭਰ ਕੇ ਆਇਆ ਸੋਝੀ। ਇੱਕ ਵੱਖਰੇ ਜੈਂਡਰਾਂ ਦੀ ਜਾਣਕਾਰੀ ਦੇਣੀ ਜਾਂ ਬੱਚਿਆਂ ਨੂੰ ਕੁਝ ਉਹ ਐਜੂਕੇਸ਼ਨ ਪੜ੍ਹਾਉਣੀ ਸਕੂਲਾਂ ਦੇ ਵਿੱਚ ਜਿਹਨੂੰ ਕੁਝ ਲੋਕ ਸਮਝਦੇ ਆ ਕਿ ਬਈ ਇਹ ਸਹੀ ਨਹੀਂ ਆ ਤੇ ਕੁਝ ਸਮਝਦੇ ਸਹੀ ਵੀ ਹੈ। ਸੈਕਸ਼ੂਅਲ ਓਰੀਐਂਟੇਸ਼ਨ ਐਂਡ ਜੈਂਡਰ ਆਈਡੈਂਟੀਟੀਜ਼ ਦਾ ਜਿਹੜਾ ਮਸਲਾ ਹੈ ਇਹ ਇੱਕ ਬੜਾ ਡਿਵੀਸਿਵ ਮਸਲਾ ਬਣਿਆ ਹੋਇਆ। ਹੁਣ ਇਹਨੂੰ ਸਕੂਲਾਂ ਦੇ ਨਾਲ ਕਿਉਂ ਜੋੜਿਆ? ਜਾਂ ਪ੍ਰਿੰਸ ਤੇ ਪ੍ਰਿੰਸੈਸ ਦੀ ਕਹਾਣੀ ਹੁੰਦੀ ਹੈ ਬੱਚਿਆਂ ਦੇ ਵਾਸਤੇ, ਫੇਰੀ ਟੇਲਸ ਹੁੰਦੀਆਂ ਨੇ, ਪਰੀ ਕਹਾਣੀਆਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਉਸਨੂੰ ਰਾਜੇ ਤੇ ਰਾਜੇ ਦੀ ਕਹਾਣੀ ਬਣਾ ਕੇ ਪੜ੍ਹਾਇਆ ਜਾਵੇ। ਰਾਣੀ ਤੇ ਰਾਣੀ ਦੀ ਕਹਾਣੀ ਬਣਾ ਕੇ ਪੜ੍ਹਾਇਆ ਜਾਵੇ। ਸੋ ਇਸ ਦਾ ਅਰਥ ਤੁਸੀਂ ਬਖੂਬੀ ਸੇਮ ਸੈਕਸ ਤੇ ਸੇਮ ਲਿੰਗ ਦੇ ਜਿਹੜੇ ਸਮਲਿੰਗੀ ਸੰਬੰਧਾਂ ਦੇ ਬਾਰੇ ਉਹਨਾਂ ਨੂੰ ਦੱਸਿਆ ਜਾਵੇ ਤੇ ਜਿਹੜਾ ਤਾਂ ਕਿ ਅੱਗੇ ਚੱਲ ਕੇ ਉਹਨਾਂ ਨੂੰ ਸਮਲਿੰਗੀ ਸੰਬੰਧ ਸਮਝਣ ਦੇ ਵਿੱਚ ਜਾਂ ਆਪਦੇ ਆਪ ਨੂੰ ਜੇ ਉਹ ਸਮਲਿੰਗਿਕ ਸੰਬੰਧਾਂ ਦੇ ਵਿੱਚ ਉਹਨਾਂ ਦੀ ਓਰੀਐਂਟੇਸ਼ਨ ਹੈ ਤਾਂ ਉਸ ਦੇ ਵਿੱਚ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਜਾਂ ਡਿਸਕ੍ਰਿਮੀਨੇਸ਼ਨ ਨਾ ਆਵੇ। ਇਹ ਕੇ ਤੋਂ 3rd ਸਟੈਂਡਰਡ ਤੱਕ ਇਹ ਪੜ੍ਹਾਇਆ ਜਾ ਰਿਹਾ ਹੈ ਕਿ ਜਿਹੜੀ ਰਾਜੇ ਤੇ ਰਾਣੀ ਦੀ ਕਹਾਣੀ ਹੈ ਉਹਨੂੰ ਰਾਜੇ ਤੇ ਜਾਂ ਰਾਣੀ ਦੀ ਰਾਣੀ ਕਹਿ ਕੇ ਉਸ ਨੂੰ ਬੱਚਿਆਂ ਨੂੰ ਪੜ੍ਹਾਇਆ ਜਾਵੇ। MLA ਬਰੂਸ ਬੈਨਮੈਨ ਉਹਨਾਂ ਨੇ ਇੱਕ ਕਿਤਾਬ ਦਾ ਜ਼ਿਕਰ ਵਿਧਾਨ ਸਭਾ ਦੇ ਵਿੱਚ ਕੀਤਾ ਜਿਸ ਕਿਤਾਬ ਦਾ ਨਾਮ ਹੈ ਐਲੀਨੋਰ ਐਂਡ ਪਾਰਕ। ਉਸ ਕਿਤਾਬ ਦੇ ਵਿੱਚੋਂ ਉਹਨਾਂ ਨੇ ਕੁਝ ਕੋਟੇਸ਼ਨਸ ਪੜ੍ਹ ਕੇ ਸੁਣਾਈਆਂ, ਕੁਝ ਗੱਲਾਂ ਪੜ੍ਹ ਕੇ ਸੁਣਾਈਆਂ ਜਿਹੜੀਆਂ ਕਿ ਅਸੀਂ ਔਨ ਏਅਰ ਵੀ ਨਹੀਂ ਕਹਿ ਸਕਦੇ। ਤੇ ਜਦੋਂ ਉਹਨਾਂ ਨੇ ਅਸੈਂਬਲੀ ਦੇ ਵਿੱਚ ਕਹੀਆਂ ਤਾਂ ਮਾਣਯੋਗ ਸਪੀਕਰ ਸਾਹਿਬ ਨੇ ਉਹਨਾਂ ਨੂੰ ਰੋਕਿਆ ਅਤੇ ਉਹਨਾਂ ਨੂੰ ਕਿਹਾ ਕਿ ਇਹ ਭਾਸ਼ਾ ਦਾ ਇਸਤੇਮਾਲ ਤੁਸੀਂ ਵਿਧਾਨ ਸਭਾ ਦੇ ਵਿੱਚ ਨਹੀਂ ਕਰ ਸਕਦੇ, ਅਸੀਂ ਔਨ ਏਅਰ ਨਹੀਂ ਕਰ ਸਕਦੇ। ਤਾਂ ਫਿਰ ਜਿਹੜੇ 11 ਸਾਲ ਦੇ ਛੋਟੇ ਬੱਚੇ ਹੈ ਉਹਨਾਂ ਨੂੰ ਇਹਨਾਂ ਦੇ ਪ੍ਰਤੀ ਐਕਸਪੋਜ਼ ਕਿਉਂ ਕੀਤਾ ਜਾ ਰਿਹਾ ਹੈ? ਉਹ ਕਿਤਾਬਾਂ ਦਰਅਸਲ ਅਸੀਂ ਔਨ ਏਅਰ ਤੁਸੀਂ ਦਿਖਾ ਵੀ ਨਹੀਂ ਸਕਦੇ, ਜੇ ਆਪਾਂ ਦਿਖਾਈਏ ਤਾਂ ਤੁਹਾਨੂੰ ਵੀ ਬਲਰ ਕਰਨੀਆਂ ਪੈ ਜਾਣ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ। ਮੈਂ ਜੋਗਰਾਜ ਸਿੰਘ ਕਾਲੋਂ। ਅੱਜ ਦੇ ਇਸ ਬ੍ਰਿਟਿਸ਼ ਕੋਲੰਬੀਆ ਦੀਆਂ ਇਲੈਕਸ਼ਨਾਂ ਨੂੰ ਲੈ ਕੇ ਖਾਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਇੱਕ ਵਾਰੀ ਫਿਰ ਤੋਂ ਅਸੀਂ ਸਰਦਾਰ ਲਵਲੀਨ ਸਿੰਘ ਗਿੱਲ ਹੋਣਾ ਨਾਲ ਕਰਾਉਣੀ ਨੇ, ਐਡਵੋਕੇਟ ਲਵਲੀਨ ਸਿੰਘ ਗਿੱਲ ਹੋਣਾ ਨਾਲ। ਗਿੱਲ ਸਾਹਿਬ ਹੋਣਾ ਨਾਲ ਅੱਜ ਜਿਹੜੀ ਗੱਲ ਦੇ ਉੱਤੇ ਵਿਚਾਰ ਚਰਚਾ ਕਰਨੀ ਹੈ ਉਹ ਅੱਜ BC ਦੀਆਂ ਇਹਨਾਂ ਚੋਣਾਂ ਦੇ ਵਿੱਚ ਇੱਕ ਹੋਰ ਜਿਹੜਾ ਪੰਜਾਬੀ ਭਾਈਚਾਰੇ ਨੂੰ ਮੁੱਦਾ ਬਹੁਤ ਅਹਿਮ ਲੱਗ ਰਿਹਾ ਹੈ, ਸਕੂਲਾਂ ਦਾ ਮੁੱਦਾ, ਨਵੇਂ ਸਕੂਲ ਬਣਾਉਣ ਦਾ ਮੁੱਦਾ, ਸਕੂਲਾਂ ਦੇ ਵਿੱਚੋਂ ਪੋਰਟੇਬਲਸ ਚੁੱਕਣ ਦਾ ਮੁੱਦਾ ਤੇ ਨਾਲ ਇਸ ਵਾਰੀ ਚੋਣਾਂ 'ਚ ਬਹੁਤ ਵੱਡੇ ਪੱਧਰ ਤੇ ਉੱਭਰ ਕੇ ਆਇਆ ਸੋਝੀ 1 2 3। ਕੋਈ ਇਹਨੂੰ ਇੱਕ ਵੱਖਰੇ ਜੈਂਡਰਾਂ ਦੀ ਜਾਣਕਾਰੀ ਦੇਣੀ ਜਾਂ ਬੱਚਿਆਂ ਨੂੰ ਕੁਝ ਉਹ ਐਜੂਕੇਸ਼ਨ ਪੜ੍ਹਾਉਣੀ ਸਕੂਲਾਂ ਦੇ ਵਿੱਚ ਜਿਹਨੂੰ ਕੁਝ ਲੋਕ ਸਮਝਦੇ ਆ ਕਿ ਬਈ ਇਹ ਸਹੀ ਨਹੀਂ ਆ ਤੇ ਕੁਝ ਸਮਝਦੇ ਸਹੀ ਵੀ ਹੈ। ਹੁਣ ਇਹ ਸੋਝੀ ਆਖਰਕਾਰ ਹੈ ਕੀ ਆ? ਲਾਇਬ੍ਰੇਰੀਆਂ ਦਾ ਮੁੱਦਾ ਕਈ ਵਾਰੀ ਚੱਲਦਾ ਕਿ ਉੱਥੇ ਕੁਝ ਕਿਤਾਬਾਂ ਅਜਿਹੀਆਂ ਸਕੂਲਾਂ ਦੇ ਵਿੱਚ ਨੇ ਜਿਹੜੀਆਂ ਬੱਚਿਆਂ ਦੇ ਪੜ੍ਹਨ ਲਾਇਕ ਹੈ ਨਹੀਂ। ਆਖਰਕਾਰ ਉਹ ਹੈ ਕੀ ਨੇ, ਉਹਨਾਂ ਦੇ ਪਿੱਛੇ ਦੀ ਕਹਾਣੀ ਕੀ ਹੈ, ਕਦੋਂ ਆਈਆਂ ਉੱਥੇ, ਕਿੰਨੇ ਲਿਆਂਦੀਆਂ, ਕੌਣ ਵਿਰੋਧ ਕਰ ਰਿਹਾ, ਕਿਉਂ ਵਿਰੋਧ ਕਰ ਰਿਹਾ, ਜੇ ਕੋਈ ਸਾਥ ਦੇ ਰਿਹਾ ਤੇ ਕਿਉਂ ਸਾਥ ਦੇ ਰਿਹਾ, ਉਹ ਸਾਰੀਆਂ ਗੱਲਾਂ ਬਾਤਾਂ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲ ਰੱਖਾਂਗੇ। ਹੋਰ ਵੀ ਕੁਝ ਸਕੂਲਾਂ ਦੇ ਨਾਲ ਐਜੂਕੇਸ਼ਨ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਕਰਦੇ ਹਾਂ। ਪਹਿਲਾਂ ਗਿੱਲ ਸਾਹਿਬ ਨੂੰ ਨਾਲ ਜੋੜੀਏ। ਸਤਿ ਸ਼੍ਰੀ ਅਕਾਲ ਬਾਈ ਜੀ, ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਕਾਲੂ ਸਾਹਿਬ, ਬਹੁਤ ਧੰਨਵਾਦ ਤੁਹਾਡਾ ਤੇ ਤੁਹਾਡੇ ਅਦਾਰੇ ਪ੍ਰਾਈਮ ਏਸ਼ੀਆ ਦਾ, ਜਿਹੜਾ ਕਿ ਬਹੁਤ ਵਧੀਆ ਉਪਰਾਲਾ ਤੁਸੀਂ ਲੋਕਾਂ ਨੂੰ, ਵੋਟਰਸ ਨੂੰ ਇਨਫੋਰਮ ਕਰਨ ਦਾ ਤੇ ਜਾਣਕਾਰੀ ਦੇਣ ਦਾ ਕਰ ਰਹੇ ਹੋ। ਬਾਈ ਜੀ, ਸਕੂਲਿੰਗ ਕਿੰਨਾ ਕੁ ਵੱਡਾ ਇਸ਼ੂ ਇਸ ਵਾਰੀ ਵੋਟਾਂ ਦੇ ਵਿੱਚ? ਕਾਲੂ ਸਾਹਿਬ, ਜਿਹੜਾ ਸਕੂਲਿੰਗ ਦਾ ਮਸਲਾ ਹੈ, ਦੇਖੋ ਜਦੋਂ ਪਿਛਲੀ ਵਾਰ ਸਰਕਾਰ ਆਈ ਸੀ ਤਾਂ ਜਿਹੜਾ ਪੋਰਟੇਬਲਸ ਦਾ ਮਸਲਾ ਹੈ ਜਿਸ ਦਾ ਤੁਸੀਂ ਜ਼ਿਕਰ ਕੀਤਾ, ਉਸ ਵੇਲੇ ਵੀ ਬੜਾ ਵੱਡਾ ਮਸਲਾ ਸੀ। ਉਸ ਵੇਲੇ ਸਰਕਾਰ ਦੇ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਪੋਰਟੇਬਲਸ ਚੱਕੇ ਜਾਣਗੇ, ਪਰ ਪੋਰਟੇਬਲਸ ਦੀ ਸਿਚੁਏਸ਼ਨ ਜੇ ਤੁਸੀਂ ਹੁਣ ਦੇਖੋ ਤਾਂ ਪੋਰਟੇਬਲਸ ਜਿਹੜੇ ਸਿਟੀ ਆਫ ਸਰੀ ਦੇ ਵਿੱਚ ਵੱਧਦੇ ਜਾ ਰਹੇ। ਸਰਕਾਰ ਦਾ ਇਹ ਕਹਿਣਾ ਹੈ ਕਿ ਜਿੰਨੀ ਨੰਬਰ ਆਫ ਐਨਰੋਲਮੈਂਟ ਹੋ ਰਹੀ ਹੈ ਉਹ 181 ਹੈ। ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਇਹ ਕਹਿਣਾ ਹੈ ਕਿ ਜਿਹੜੀ ਫੈਡਰਲ ਗਵਰਨਮੈਂਟ ਦੀਆਂ ਇਮੀਗ੍ਰੇਸ਼ਨ ਪੋਲਿਸੀਜ਼ ਹੈ ਉਹ ਉਹਨਾਂ ਨੂੰ ਸਹਿਯੋਗ ਦੇ ਵਿੱਚ ਲੈ ਕੇ ਜਾਂ ਕੌਨਫੀਡੈਂਸ ਦੇ ਵਿੱਚ ਲੈ ਕੇ ਨਹੀਂ ਬਣਾਈਆਂ ਗਈਆਂ, ਜਿਸ ਦੇ ਕਰਕੇ ਜਿਹੜੀ ਐਨਰੋਲਮੈਂਟ ਹੈ ਉਹ 181 ਹੈ, ਜਿਸ ਦੀ ਪਲੈਨਿੰਗ ਨਹੀਂ ਕੀਤੀ ਗਈ ਸੀ। ਤੇ ਇਸ ਦੇ ਲਈ ਜਿਹੜਾ ਪੋਰਟੇਬਲਸ ਦਾ ਮਸਲਾ ਹੈ ਉਹਨਾਂ ਕੋਲੋਂ ਇਹ ਹੱਲ ਨਹੀਂ ਹੋ ਰਿਹਾ। ਤੇ ਉਹਨਾਂ ਦਾ ਇਹ ਵੀ ਦਾਅਵਾ ਹੈ ਕਿ ਉਹਨਾਂ ਨੇ ਬਹੁਤ ਸਾਰੇ ਜਿਹੜੇ ਨਵੇਂ ਸਕੂਲ ਬਣਵਾਏ ਵੀ ਹੈ ਤੇ ਉਸ ਦੇ ਵਿੱਚ ਇਨਵੈਸਟ ਵੀ ਕਰ ਰਹੇ ਨੇ, ਤੇ ਪਰ ਅੱਜ ਦੀ ਤਰੀਕ ਦੇ ਵਿੱਚ ਵੱਧਦੇ ਹੋਏ ਪੋਰਟੇਬਲਸ ਨੂੰ ਦੇਖ ਕੇ ਉਹ ਜਿਹੜੀ ਇਨਵੈਸਟਮੈਂਟ ਹੈ ਉਹ ਇਨਸਫੀਸ਼ੀਐਂਟ ਲੱਗਦੀ ਹੈ। ਇਹ ਲੱਗਦਾ ਵੀ ਜਿਸ ਤਰੀਕੇ ਨਾਲ ਇਸ ਵਕਤ ਹੁਣ ਸੂਬਾ ਡੈਫੀਸਿਟ ਆ, ਘਾਟੇ ਵਾਲੇ ਬਜਟ
ਇੰਟਰੋਡਿਊਸ ਹੋਏ ਤੇ ਅਗਲੇ 2-3 ਬਜਟਾਂ ਦੇ ਵਿੱਚ ਇਹ ਘਾਟਾ ਚੁੱਕੇ ਜਾਣ ਦੀ ਸ਼ਾਇਦ ਉਮੀਦ ਨਹੀਂ ਕਿਸੇ ਨੂੰ ਹੈਗੀ। ਸਰਕਾਰ ਵੀ ਇਹ ਕਹਿੰਦੀ ਸੀ ਕਿ 3 ਬਜਟ ਸ਼ਾਇਦ ਅਸੀਂ ਅਗਲਿਆਂ ਤੱਕ ਇਹਨੂੰ ਲੈ ਆਵਾਂਗੇ ਲੈਵਲ, ਪਰ ਕਿੰਨੇ ਦੇਖਿਆ ਕੱਲ ਨੂੰ। ਤੇ ਜਿਸ ਤਰੀਕੇ ਨਾਲ ਹਾਲਾਤ ਨੇ ਆਉਂਦੇ ਕੁਝ ਬਾਹਲੇ ਸਿਖਾਵੇਂ ਤੇ ਲੱਗਦੇ ਨਹੀਂ, ਕਿਉਂਕਿ ਜਿੰਨੇ ਸਾਨੂੰ ਪੈਸੇ ਚਾਹੀਦੇ ਨੇ ਇਸ ਵਕਤ ਸੂਬੇ ਦੇ ਵਿੱਚ ਚੀਜ਼ਾਂ ਵਾਸਤੇ, ਹਸਪਤਾਲਾਂ ਲਈ, ਸਕੂਲਾਂ ਲਈ, ਉਹ ਤੇ ਪਹਿਲਾਂ ਹੀ ਪੂਰੇ ਨਹੀਂ ਹੋਣੇ ਤੇ ਘਾਟਾ ਕਿੱਥੋਂ ਪੂਰਾ ਹੋਊਗਾ। ਪਰ ਇਹਦੇ ਨਾਲ ਇਹ ਆ ਵੀ ਕੀ ਕਦੀ ਪੋਰਟੇਬਲਸ ਸਕੂਲਾਂ ਵਿੱਚੋਂ ਹਟਣਗੇ ਕਿ ਜਾਂ ਫਿਰ ਇੱਕ ਨਾਰਮਲ ਬਣ ਜਾਊਗਾ ਆਉਂਦੇ ਸਮੇਂ ਤੱਕ ਤੇ ਇਹਦੇ ਨਾਲ ਹੀ ਡੀਲ ਕਰਨਾ ਪਊਗਾ? ਕਾਲੂ ਸਾਹਿਬ, ਇਸ ਨੂੰ ਅਸੈਪਟ ਕਰ ਲੈਣਾ ਪੋਰਟੇਬਲਸ ਨੂੰ, ਇੱਕ ਮੈਂ ਸਮਝਦਾ ਵੀ ਡਿਫੀਟਿਸਟ ਮੈਂਟੈਲਿਟੀ ਹੋਊਗੀ। ਕਮਿਊਨਿਟੀ ਨੂੰ ਕਦੇ ਵੀ ਇਹ ਚੀਜ਼ ਅਸੈਪਟ ਨਹੀਂ ਕਰਨੀ ਚਾਹੀਦੀ ਕਿ ਵੀ ਵਿਲ ਹੈਵ ਟੂ ਲਿਵ ਵਿਦ ਪੋਰਟੇਬਲਸ। ਹਰੇਕ ਵਿਦਿਆਰਥੀ ਦੀ, ਹਰੇਕ ਸਟੂਡੈਂਟ ਦਾ ਇਹ ਰਾਈਟ ਹੈ ਕਿ ਉਹਨੂੰ ਇੱਕ ਚੰਗਾ এনवायरमेंट ਮਿਲੇ ਸਕੂਲਾਂ ਦੇ ਵਿੱਚ। ਇੱਕ ਬੱਚਾ ਤੁਸੀਂ ਦੇਖੋ ਕਲਾਸਰੂਮ ਦੇ ਵਿੱਚ ਬੈਠਾ ਹੈ, ਦੂਸਰਾ ਬੱਚਾ ਪੋਰਟੇਬਲ ਦੇ ਵਿੱਚ ਬੈਠਾ ਹੈ। ਸੋ ਇਹ ਇੱਕ ਕਮਿਊਨਿਟੀ ਦੇ ਨਾਲ ਤੇ ਦੂਸਰੀ ਕਮਿਊਨਿਟੀ ਦੇ ਵਿੱਚ ਇਸ ਤਰ੍ਹਾਂ ਦਾ ਪਾੜਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ, ਤੇ ਅਸੈਪਟ ਵੀ ਕਮਿਊਨਿਟੀਜ਼ ਨੂੰ ਨਹੀਂ ਕਰਨਾ ਚਾਹੀਦਾ। ਤੁਸੀਂ ਗੱਲ ਕੀਤੀ ਡੈਫਿਸਿਟ ਦੀ, ਡੈਫਿਸਿਟ ਬਿਲਕੁਲ 126 ਬਿਲੀਅਨ ਦਾ ਜਿਹੜਾ ਪ੍ਰੋਜੈਕਟਡ ਡੈਫਿਸਿਟ ਇਸ ਵੇਲੇ ਸਾਨੂੰ ਦਿਖ ਰਿਹਾ ਹੈ ਆਉਣ ਵਾਲੇ 3 ਸਾਲਾਂ ਦੇ ਵਿੱਚ, ਕੁਝ ਸਾਲਾਂ ਦੇ ਵਿੱਚ, ਜਿਹੜਾ ਕਿ ਅਣਕਿਆਸਾ ਹੈ, ਕਿਉਂਕਿ ਪਿਛਲੀਆਂ ਸਰਕਾਰਾਂ ਨੇ ਕਾਫੀ ਵਾਰ, ਈਵਨ NDP ਦੀ ਸਰਕਾਰ ਨੇ ਪਹਿਲਾਂ ਬੈਲੈਂਸਡ ਬਜਟ ਦਿੱਤੇ ਹੈ। ਸੋ ਬਿਲਕੁਲ ਕਮਿਊਨਿਟੀ ਦਾ ਤੇ ਮੀਡੀਆ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਇਹ ਜੋ ਐਡਾ ਡੈਫਿਸਿਟ ਜੋ ਸਾਨੂੰ ਦਿਖ ਰਿਹਾ ਹੈ ਉਹ ਕਿੱਥੇ ਖਰਚਿਆ ਗਿਆ ਹੈ, ਉਸ ਦੇ ਵਿੱਚ ਪ੍ਰਾਇਰਿਟੀਜ਼ ਕੀ ਰਹੀਆਂ ਨੇ, ਕੀ ਹੈਲਥ, ਐਜੂਕੇਸ਼ਨ ਉਸ ਡੈਫਿਸਿਟ ਦੇ ਵਿੱਚ ਪ੍ਰਾਇਰਿਟੀ ਰਹੀ ਹੈ ਕਿ ਨਹੀਂ ਰਹੀ, ਜੇ ਰਹੀ ਹੈ ਤਾਂ ਕਿੰਨੀ ਇਨਵੈਸਟਮੈਂਟ ਕਿਸ ਕਮਿਊਨਿਟੀ ਦੇ ਵਿੱਚ ਹੋਈ ਹੈ। ਇਹ ਸਭ ਦੀ ਘੋਖ ਕਰਨੀ ਮੀਡੀਆ ਦੀ ਵੀ ਤੇ ਸਾਡੇ ਆਮ ਨਾਗਰਿਕਾਂ ਦੀ ਵੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ। ਸੋਜੀ ਕੀ ਹੈ ਜੀ? ਸੋਜੀ 1 2 3 ਦਾ ਬਹੁਤ ਇਸ ਵਕਤ ਰੁਝਾਨ ਆ, ਖਾਸ ਕਰਕੇ ਸਰੀ ਦੀਆਂ ਰਾਈਡਿੰਗਸ ਤੇ ਦਾ ਚੰਗਾ ਪ੍ਰਭਾਵ ਪੈ ਰਿਹਾ। ਸਰੀ ਐਪੀਸੋਡ ਜਿੱਥੇ ਜਿੱਥੇ ਭਾਈਚਾਰਾ ਹੈ ਉੱਥੇ ਇਹਦੇ ਵਿਰੋਧ 'ਚ ਲੋਕ ਬਹੁਤ ਮਾਰਚ ਹੋਏ, ਲੋਕਾਂ ਨੇ ਚੁਣੇ ਹੋਏ ਨੁਮਾਇੰਦਿਆਂ ਦੇ ਦਫ਼ਤਰ ਤੱਕ ਘੇਰੇ, ਜਿਹੜੇ ਕੁਛ ਐਜੂਕੇਸ਼ਨ ਮਿਨਿਸਟਰ ਨੇ ਉਹਨਾਂ ਦਾ ਘਿਰਾਓ ਕੀਤਾ, ਹੋਰ ਜਿਹੜੇ MLA ਮੰਤਰੀ ਸੀਗੇ ਉਹਨਾਂ ਤੋਂ ਸਵਾਲ ਪੁੱਛੇ। ਉੱਥੇ ਲੋਕ ਇਸ ਚੀਜ਼ ਦੇ ਪੱਖ ਵਾਲੇ ਵੀ ਹੈਗੇ ਨੇ, ਗੱਲ ਮੰਨਣੀ ਪਊਗੀ, ਪਰ ਕਮਿਊਨਿਟੀ 'ਚ ਰੋਸ ਵੀ ਕਾਫੀ ਹੈ। ਇਹ ਹੈ ਕੀ, ਇਹ ਮੁੱਦਾ ਕੀ ਹੈ ਅਸਲ ਦੇ ਵਿੱਚ? ਕਾਲੂ ਸਾਹਿਬ, ਸੋਜੀ ਸੈਕਸ਼ੂਅਲ ਓਰੀਐਂਟੇਸ਼ਨ ਐਂਡ ਜੈਂਡਰ ਆਈਡੈਂਟੀਟੀਜ਼। ਹੁਣ ਸਭ ਤੋਂ ਪਹਿਲਾਂ ਤਾਂ ਦੇਖੋ, ਕਿਸੇ ਦੀ ਵੀ ਜਿਹੜੀ ਸੈਕਸ਼ੂਅਲ ਓਰੀਐਂਟੇਸ਼ਨ ਹੈ ਜਾਂ ਜੈਂਡਰ ਆਈਡੈਂਟੀਟੀ ਹੈ ਉਹ ਇੱਕ ਨਿੱਜੀ ਮਸਲਾ ਹੈ। ਪੰਜਾਬੀ 'ਚ ਦੱਸੋ ਇਹਨੂੰ। ਸੈਕਸ਼ੂਅਲ ਓਰੀਐਂਟੇਸ਼ਨ ਜਿਸ ਤਰ੍ਹਾਂ ਕਹਿੰਦੇ ਆ ਕਿ ਪੰਜਾਬੀ ਦੇ ਵਿੱਚ ਇਸ ਦਾ ਜੇ ਅਨੁਵਾਦ ਕਰਾਂ ਤੇ ਜੈਂਡਰ ਆਈਡੈਂਟੀਟੀ ਆਪਦੇ ਆਪ ਨੂੰ ਆਈਡੈਂਟੀਫਾਈ ਕਰਨਾ ਕਿ ਤੁਸੀਂ ਮਰਦ ਹੋ, ਔਰਤ ਹੋ ਜਾਂ ਕੋਈ ਹੋਰ ਜੈਂਡਰ। ਸੋ ਇਹ ਆਪਣੇ ਆਪ ਨੂੰ ਆਈਡੈਂਟੀਫਾਈ ਕਰਨਾ, ਇਹ ਜੈਂਡਰ ਆਈਡੈਂਟੀਟੀ ਹੈ। ਸੈਕਸ਼ੂਅਲ ਓਰੀਐਂਟੇਸ਼ਨ ਹੈ ਕਿ ਕਿਸੇ ਦਾ ਝੁਕਾਅ, ਜਿਸ ਤਰ੍ਹਾਂ ਹੈਟਰੋਸੈਕਸ਼ੂਅਲ ਔਰਤ ਤੇ ਮਰਦ ਦੇ ਵਿੱਚ ਜਿਹੜੇ ਜਿਨਸੀ ਸੰਬੰਧ ਹੈ ਉਹ ਇੱਕ ਹੈਟਰੋਸੈਕਸ਼ੂਅਲ ਹੈ, ਕਿਸੇ ਦਾ ਝੁਕਾਅ ਹੈਟਰੋਸੈਕਸ਼ੂਅਲ ਦੇ ਵੱਲ ਹੈ, ਔਰਤ ਤਾਂ ਮਰਦ ਦੇ ਵਿੱਚ, ਜਾਂ ਸਮਲੈਂਗਿਕ ਸੰਬੰਧਾਂ ਦੇ ਵਿੱਚ ਕਿਸੇ ਦਾ ਝੁਕਾਅ ਹੈ, ਉਹ ਜੈਂਡਰ ਓਰੀਐਂਟੇਸ਼ਨ ਹੋ ਜਾਂਦੀ ਹੈ। ਓਕੇ, ਸੋ ਜੈਂਡਰ ਓਰੀਐਂਟੇਸ਼ਨ ਜਿਹੜੀ ਸੈਕਸ਼ੂਅਲ ਓਰੀਐਂਟੇਸ਼ਨ ਹੋ ਜਾਂਦੀ ਹੈ। ਸੈਕਸ਼ੂਅਲ ਓਰੀਐਂਟੇਸ਼ਨ ਐਂਡ ਜੈਂਡਰ ਆਈਡੈਂਟੀਟੀਜ਼ ਦਾ ਜਿਹੜਾ ਮਸਲਾ ਹੈ ਇਹ ਇੱਕ ਬੜਾ ਡਿਵੀਸਿਵ ਮਸਲਾ ਬਣਿਆ ਹੋਇਆ। ਹੁਣ ਇਹਨੂੰ ਸਕੂਲਾਂ ਦੇ ਨਾਲ ਕਿਉਂ ਜੋੜਿਆ? ਸਕੂਲਾਂ ਦੇ ਨਾਲ ਇਹ ਮਸਲਾ ਇਸ ਲਈ ਜੁੜਦਾ ਹੈ ਕਿਉਂਕਿ ਇਸ ਦੇ ਉੱਤੇ ਵੀ ਗੱਲ ਕਲੀਅਰ ਕਰਨੀ ਜ਼ਰੂਰੀ ਹੈ। ਬਹੁਤ ਸਾਰਾ ਭਾਈਚਾਰੇ ਨੇ ਇਸ ਦੇ ਖਿਲਾਫ ਰੋਸ ਕੀਤਾ ਹੈ, ਮਾਰਚ ਕੀਤਾ ਹੈ, ਤੇ ਬਿਲਕੁਲ ਤੁਸੀਂ ਦਰੁਸਤ ਫਰਮਾਇਆ ਕਿ ਇਸ ਦੇ ਹੱਕ ਦੇ ਵਿੱਚ ਵੀ ਲੋਕ ਨਿਕਲ ਕੇ ਆਏ ਨੇ। ਸੋਜੀ 1 2 3 ਦਰਅਸਲ ਨਾ ਤਾਂ ਇਹ ਕੋਈ ਕਿਤਾਬ ਹੈ, ਨਾ ਕਰਿਕੂਲਮ ਹੈ, ਇਹ ਟੀਚਰਸ ਦੇ ਲਈ ਇੱਕ ਰਿਸੋਰਸ ਹੈ। ਇਹ ਰਿਸੋਰਸ ਨੂੰ ਲਿਆਉਣ ਵਾਲੇ NDP ਗਵਰਨਮੈਂਟ ਨਹੀਂ ਲਿਆਈ ਸੀ, ਪਿਛਲੀ ਲਿਬਰਲ ਗਵਰਨਮੈਂਟ ਲੈ ਕੇ ਆਈ ਸੀ। ਇਸ ਰਿਸੋਰਸ ਦੇ ਪਿੱਛੇ ਜੋ ਸਰਕਾਰ ਨੇ ਮੰਤਵ ਆਪਣਾ ਦੱਸਿਆ ਹੈ ਉਹ ਇਹ ਦੱਸਿਆ ਹੈ ਕਿ ਉਹ ਸਕੂਲ ਨੂੰ ਇੱਕ ਸੇਫ এনवायरमेंट ਬਣਾਉਣਾ ਚਾਹੁੰਦੇ ਆ। ਜਿਸ ਤਰ੍ਹਾਂ ਬੁਲਿੰਗ ਹੁੰਦੀ ਹੈ ਸਕੂਲਾਂ ਦੇ ਵਿੱਚ, ਰੇਸ ਦੇ ਆਧਾਰਿਤ, ਨਸਲ ਤੇ ਆਧਾਰਿਤ ਹੁੰਦੀ ਹੈ, ਉਸੇ ਤਰ੍ਹਾਂ ਜੈਂਡਰ ਆਈਡੈਂਟੀਟੀ ਤੇ ਜੈਂਡਰ ਓਰੀਐਂਟੇਸ਼ਨ ਨੂੰ ਲੈ ਕੇ ਵੀ ਹੁੰਦੀ ਹੈ। ਕਿਸੇ ਦੀ ਜੈਂਡਰ ਆਈਡੈਂਟੀਟੀ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਆਈਡੈਂਟੀਫਾਈ ਕਰਦਾ ਹੈ, ਉਸ ਦੇ ਆਧਾਰਿਤ ਵੀ ਜਿਹੜੀ ਬੁਲਿੰਗ ਹੈ, ਜਿਹੜਾ ਭੇਦਭਾਵ ਹੈ ਉਹ ਹੁੰਦਾ। ਸੋ ਉਸ ਨੂੰ ਖਤਮ ਕਰਨਾ। ਪਰ ਜੇ ਤੁਸੀਂ ਇਸ ਰਿਸੋਰਸ ਦੇ ਤੁਸੀਂ ਡੂੰਘਾਈ ਦੇ ਨਾਲ ਇਸ ਦੀ ਘੋਖ ਕਰੋ, ਸੋ ਇਸ ਰਿਸੋਰਸ ਦੇ ਵਿੱਚ ਇਹ ਟੀਚਰ ਦੇ ਲਈ ਇੱਕ ਰਿਸੋਰਸ ਹੈ ਕਿ ਬੱਚਿਆਂ ਨੂੰ ਪੜ੍ਹਾਉਣਾ, ਐਜੂਕੇਸ਼ਨ ਕਿਸ ਤਰ੍ਹਾਂ ਦੇਣੀ ਹੈ। ਉਸ ਦੇ ਵਿੱਚ ਮੈਂ ਥੋੜ੍ਹੀ ਜਿਹੀ ਤੁਹਾਨੂੰ ਐਗਜ਼ਾਮਪਲ ਦਿੰਦਾ। ਜੇ ਤੁਸੀਂ K ਤੋਂ ਲੈ ਕੇ 3rd ਸਟੈਂਡਰਡ ਤੱਕ ਜਿਹੜਾ ਰਿਸੋਰਸ ਹੈ, ਉਸ ਦੇ ਵਿੱਚ ਟੀਚਰਸ ਨੂੰ ਇਹ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਜਿਸ ਤਰ੍ਹਾਂ ਰਾਜੇ ਤੇ ਰਾਣੀ ਦੀ ਕਹਾਣੀ ਹੁੰਦੀ ਹੈ, ਫੇਰੀ ਟੇਲਸ ਦੇ ਉੱਤੇ ਉਹ ਰਿਸੋਰਸ ਗੱਲ ਕਰਦਾ ਹੈ। ਜਿਸ ਤਰ੍ਹਾਂ ਰਾਜੇ ਤੇ ਰਾਣੀ ਦੀ ਕਹਾਣੀ ਹੁੰਦੀ ਹੈ ਜਾਂ ਪ੍ਰਿੰਸ ਤੇ ਪ੍ਰਿੰਸੈਸ ਦੀ ਕਹਾਣੀ ਹੁੰਦੀ ਹੈ ਬੱਚਿਆਂ ਦੇ ਵਾਸਤੇ, ਫੇਰੀ ਟੇਲਸ ਹੁੰਦੀਆਂ ਨੇ, ਪਰੀ ਕਹਾਣੀਆਂ ਹੁੰਦੀਆਂ ਨੇ,
ਉਹਨਾਂ ਦੇ ਵਿੱਚ ਉਸ ਨੂੰ ਰਾਜੇ ਤੇ ਰਾਜੇ ਦੀ ਕਹਾਣੀ ਬਣਾ ਕੇ ਪੜ੍ਹਾਇਆ ਜਾਵੇ। ਰਾਣੀ ਤੇ ਰਾਣੀ ਦੀ ਕਹਾਣੀ ਬਣਾ ਕੇ ਪੜ੍ਹਾਇਆ ਜਾਵੇ। ਸੋ ਇਸ ਦਾ ਅਰਥ ਤੁਸੀਂ ਬਖੂਬੀ ਸੇਮ ਸੈਕਸ ਤੇ ਸੇਮ ਲਿੰਗ ਦੇ ਜਿਹੜੇ ਸਮਲਿੰਗੀ ਸੰਬੰਧਾਂ ਦੇ ਬਾਰੇ ਉਹਨਾਂ ਨੂੰ ਦੱਸਿਆ ਜਾਵੇ, ਤੇ ਜਿਹੜਾ ਤਾਂ ਕਿ ਅੱਗੇ ਚੱਲ ਕੇ ਉਹਨਾਂ ਨੂੰ ਸਮਲਿੰਗੀ ਸੰਬੰਧ ਸਮਝਣ ਦੇ ਵਿੱਚ ਜਾਂ ਆਪਦੇ ਆਪ ਨੂੰ ਜੇ ਉਹ ਸਮਲਿੰਗਿਕ ਸੰਬੰਧਾਂ ਦੇ ਵਿੱਚ ਉਹਨਾਂ ਦੀ ਓਰੀਐਂਟੇਸ਼ਨ ਹੈ ਤਾਂ ਉਸ ਦੇ ਵਿੱਚ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਜਾਂ ਡਿਸਕ੍ਰਿਮੀਨੇਸ਼ਨ ਨਾ ਆਵੇ। ਸੋ ਬਹੁਤ ਸਾਰੇ ਲੋਕਾਂ ਨੂੰ ਕਾਲੋਂ ਸਾਹਿਬ ਇਸ ਚੀਜ਼ ਦੇ ਉੱਤੇ ਦਿੱਕਤ ਹੈ, ਇਸ ਚੀਜ਼ ਦੇ ਉੱਤੇ ਆਪੱਤੀ ਹੈ ਕਿ ਇੰਨੀ ਛੋਟੀ ਉਮਰ ਦੇ ਅਣਭੋਲ ਬੱਚਿਆਂ ਨੂੰ ਇਹ ਜਿਹੜੀ ਉਹਨਾਂ ਦਾ ਕਹਿਣਾ ਹੈ ਕਿ ਇਹ ਕਿਹੜੇ ਸਾਲ ਤੋਂ ਪੜ੍ਹਾਇਆ ਜਾ ਰਿਹਾ ਹੈ? ਇਹ ਪਿਛਲੀ ਲਿਬਰਲ ਗਵਰਨਮੈਂਟ ਸਾਲ ਤਾਂ ਦਰਅਸਲ ਕਿਹੜੇ ਸਾਲ ਦੇ ਬੱਚਿਆਂ ਨੂੰ, ਮਤਲਬ ਕਿਹੜੇ ਸਾਲ? ਜਿਹੜਾ ਮੈਂ ਤੁਹਾਨੂੰ ਦੱਸਿਆ ਹੁਣ ਜਿਹੜੀ ਫੇਅਰੀ ਡਿਟੇਲ ਵਾਲੀ, ਇਹ ਕੇ ਤੋਂ 3rd ਸਟੈਂਡਰਡ ਤੱਕ ਇਹ ਪੜ੍ਹਾਇਆ ਜਾ ਰਿਹਾ ਹੈ ਕਿ ਜਿਹੜੀ ਰਾਜੇ ਤੇ ਰਾਣੀ ਦੀ ਕਹਾਣੀ ਹੈ ਉਹਨੂੰ ਰਾਜੇ ਤੇ ਰਾਜੇ ਤੇ ਜਾਂ ਰਾਣੀ ਦੀ ਰਾਣੀ ਕਹਿ ਕੇ ਉਸ ਨੂੰ ਬੱਚਿਆਂ ਨੂੰ ਪੜ੍ਹਾਇਆ ਜਾਵੇ। ਪਰ ਕੁਝ ਲੋਕਾਂ ਦਾ ਇਹ ਰੋਜ਼ ਇਹ ਕੋਈ ਸਵਾਲ ਆਉਂਦੇ ਸੀਗੇ ਕਿ ਵੀ ਉਸ ਏਜ ਤੇ ਬੱਚਿਆਂ ਨੂੰ ਇਹਨਾਂ ਗੱਲਾਂ ਦੀ ਸਮਝ ਹੀ ਨਹੀਂ ਹੁੰਦੀ, ਉਸ ਏਜ 'ਚ ਕਿਉਂ? ਬਿਲਕੁਲ ਕਾਲੋਂ ਸਾਹਿਬ, ਦਰਅਸਲ ਬੜਾ ਵਾਜਿਬ ਜਿਹੜਾ ਇਤਰਾਜ਼ ਇਹ ਕਮਿਊਨਿਟੀ ਦੇ ਬਹੁਤ ਸਾਰੇ ਭਾਈਚਾਰੇ ਨੇ ਇਹ ਲਗਾਇਆ ਹੈ ਕਿ ਉਸ ਏਜ ਦੇ ਬੱਚੇ ਨੂੰ ਜਦੋਂ ਤੁਸੀਂ ਇਸ ਤਰ੍ਹਾਂ ਦੀ ਵਿੱਦਿਆ ਜਾਂ ਇਸ ਤਰ੍ਹਾਂ ਦਾ ਰਿਸੋਰਸ ਦੇ ਨਾਲ ਦੱਸਦੇ ਹੋ, ਜੇ ਉਸ ਦਾ ਐਕਸਪੋਜਰ ਨਹੀਂ ਵੀ ਹੈ ਤਾਂ ਤੁਸੀਂ ਐਕਸਪੋਜਰ ਉਸ ਦਾ ਉਸ ਤਰੀਕੇ ਦੇ ਨਾਲ ਉਹਦਾ ਹੁੰਦਾ ਹੈ। ਤੇ ਉਹਨਾਂ ਨੇ ਇਹ ਆਪੱਤੀ ਜਾਰੀ ਕੀਤੀ ਹੈ ਕਿ ਇਹ ਦਰਅਸਲ ਇੱਕ ਵਿਚਾਰਧਾਰਾ ਨੂੰ, ਇੱਕ ਆਈਡੀਓਲੋਜੀ ਨੂੰ ਇਹ ਪ੍ਰਮੋਟ ਕਰਨ ਵਾਸਤੇ ਇਹ ਸਭ ਕੀਤਾ ਜਾ ਰਿਹਾ ਤਾਂ ਕਿ ਨੌਜਵਾਨੀ ਨੂੰ ਇੱਕ ਖਾਸ ਦਿਸ਼ਾ ਦੇ ਵਿੱਚ ਲਿਜਾਇਆ ਜਾ ਸਕੇ। ਉਹਨਾਂ ਦਾ ਇਹ ਇਲਜ਼ਾਮ ਹੈ ਸਰਕਾਰ ਦੇ ਉੱਤੇ ਤੇ ਸਰਕਾਰ ਦੇ ਸਮਰਥਕਾਂ ਦੇ ਉੱਤੇ ਕਿ ਉਹ ਇੱਕ ਜੈਂਡਰ ਆਈਡੀਓਲੋਜੀਜ਼ ਨੂੰ, ਜਿਹੜੀਆਂ ਰੈਡੀਕਲ ਜੈਂਡਰ ਆਈਡੀਓਲੋਜੀਜ਼ ਨੇ, ਉਸ ਨੂੰ ਪ੍ਰਮੋਟ ਕਰ ਰਹੇ ਨੇ ਇਹਨਾਂ ਰਿਸੋਰਸਿਸ ਦੇ ਥਰੂ। ਗਿੱਲ ਸਾਹਿਬ, ਇੱਕ ਮੁੱਦਾ ਨਾਲ ਹੋਰ ਚੱਲਦਾ ਹੈ ਸਾਡੀ ਲੈਜਿਸਲੇਟਿਵ ਅਸੈਂਬਲੀ ਵਿਧਾਨ ਸਭਾ 'ਚ ਵੀ ਕਾਫੀ ਇਸ ਗੱਲ ਦਾ ਰੌਲਾ ਪਿਆ। ਆਮ ਲੋਕ ਵੀ ਇਹਦਾ ਗੱਲਾਂ ਬਾਤਾਂ ਕਰਦੇ ਨੇ ਜਦੋਂ ਕਿਤੇ ਬਹਿੰਦੇ ਨੇ, ਤੇ ਖਾਸ ਕਰਕੇ ਜਿੱਦਾਂ ਹੁਣ ਕੰਜ਼ਰਵੇਟਿਵ ਪਾਰਟੀ ਹੈ, BC ਕੰਜ਼ਰਵੇਟਿਵ ਨੇ ਮੁੱਦਾ ਬਹੁਤ ਚੁੱਕਿਆ ਕਿ ਬਈ ਉਹ ਇਹਦੇ ਖਿਲਾਫ ਨੇ, ਜਾਂ ਉਹ ਇਹਨੂੰ ਬੰਦ ਕਰਨਗੇ ਜਾਂ ਇਹਨੂੰ ਵਾਪਸ ਲੈਣਗੇ, ਜਾਂ ਇੱਦਾਂ ਦੀਆਂ ਉਹ ਕਿਤਾਬਾਂ ਜਾਂ ਇੱਦਾਂ ਦੀਆਂ ਜਿਹੜੀਆਂ ਕਹਾਣੀਆਂ ਤੁਸੀਂ ਦੱਸੀਆਂ ਸਕੂਲਾਂ 'ਚੋਂ ਬੰਦ ਕਰਾਉਣਗੇ। ਪਹਿਲਾਂ ਤਾਂ ਉਹਦੀ ਪੋਸੀਬਿਲਿਟੀ ਕਿੰਨੀ ਗਾ ਕੀ ਇਹ ਵਾਪਸ ਲਈਆਂ ਜਾ ਸਕਦੀਆਂ ਇਹ ਚੀਜ਼ਾਂ? ਦੂਜੀ ਗੱਲ, ਜਿਹੜਾ ਇੱਕ ਹੁਣ ਵਿਧਾਨ ਸਭਾ ਵਾਲੀ ਗੱਲ ਕਰਦੇ ਸੀ ਕਿ ਉੱਥੇ ਰੌਲਾ ਰੱਪਾ ਪਿਆ ਕਿ ਲਾਇਬ੍ਰੇਰੀਆਂ ਦੇ ਵਿੱਚ ਕਿਤਾਬਾਂ ਨੇ ਕੁਛ, ਕੀ ਉਹ ਵੀ ਸੋਝੀ ਦੇ ਨਾਲ ਹੀ ਰਲਦੀਆਂ ਮਿਲਦੀਆਂ ਨੇ ਕਿ ਜਾਂ ਉਹ ਕਿਤਾਬਾਂ ਕੁਛ ਵੱਖਰੀਆਂ ਨੇ? ਉਹਦੇ ਵਿੱਚ ਵੀ ਇੱਦਾਂ ਦੀਆਂ ਕਹਾਣੀਆਂ ਨੇ ਕੁਛ, ਉਹਨਾਂ ਕਿਤਾਬਾਂ ਦੇ ਉੱਤੇ ਕੁਛ ਮਾਪੇ ਇਤਰਾਜ਼ ਕਰਦੇ ਸੀਗੇ ਵੀ ਲਾਇਬ੍ਰੇਰੀ 'ਚ ਜਿਹੜਾ ਇੱਦਾਂ ਦਾ ਡੇਟਾ ਪਿਆ ਉਹ ਨਹੀਂ ਹੋਣਾ ਚਾਹੀਦਾ ਬੱਚਿਆਂ ਵਾਸਤੇ ਅਵੇਲੇਬਲ। ਉਹ ਕੀ ਹੈ? ਕਾਲੋਂ ਸਾਹਿਬ, ਸੋ ਇੱਕ ਬ੍ਰੌਡਰ ਇਸ਼ੂ ਹੈ। ਜਿਹੜਾ ਸੋਝੀ ਜਿਸ ਤਰ੍ਹਾਂ ਅਸੀਂ ਗੱਲ ਕੀਤੀ, ਉਹ ਟੀਚਰਸ ਦੇ ਲਈ ਇੱਕ ਰਿਸੋਰਸ ਹੈ। ਜਿਹੜਾ ਲਾਇਬ੍ਰੇਰੀ ਦੇ ਵਿੱਚ ਕਿਤਾਬਾਂ ਦਾ ਮਸਲਾ ਹੈ ਉਹ ਇੱਕ ਵੱਖਰਾ ਮਸਲਾ ਹੈ, ਉਹ ਸੋਝੀ ਦੇ ਅੰਤਰਗਤ ਉਹ ਕਿਤਾਬਾਂ ਨਹੀਂ ਆਉਂਦੀਆਂ। ਪਰ ਇਹ ਇੱਕ ਜਿਹੜਾ ਬ੍ਰੌਡਰ ਇਸ਼ੂ ਹੈ ਜਿਸ ਦੇ ਵਿੱਚ ਜੈਂਡਰ ਆਈਡੀਓਲੋਜੀਜ਼ ਦੇ ਉੱਤੇ ਜੋ ਬਹਿਸ ਚੱਲ ਰਹੀ ਹੈ, ਪਰ ਇਹ ਉਸ ਦੇ ਨਾਲ ਜੁੜਨ ਦੇ ਕਰਕੇ ਇਹ ਮਸਲਾ ਇੱਕ ਬ੍ਰੌਡਰ ਤੌਰ ਦੇ ਉੱਤੇ ਜੁੜ ਜਾਂਦਾ ਹੈ। ਹੁਣ ਇਹ ਮਸਲਾ ਉੱਭਰਿਆ ਕਦੋਂ? ਜਦੋਂ ਕੰਜ਼ਰਵੇਟਿਵ ਦੇ ਜਿਹੜੇ ਪਹਿਲਾਂ ਲਿਬਰਲ ਹੁੰਦੇ ਸੀ ਤੇ BC ਕੰਜ਼ਰਵੇਟਿਵ ਦੇ MLA ਬਰੂਸ ਬੈਨਮੈਨ, ਉਹਨਾਂ ਨੇ ਇੱਕ ਕਿਤਾਬ ਦਾ ਜ਼ਿਕਰ ਵਿਧਾਨ ਸਭਾ ਦੇ ਵਿੱਚ ਕੀਤਾ ਜਿਸ ਕਿਤਾਬ ਦਾ ਨਾਮ ਹੈ ਐਲੀਨੋਰ ਐਂਡ ਪਾਰਕ। ਅੱਛਾ। ਉਸ ਕਿਤਾਬ ਦੇ ਵਿੱਚੋਂ ਉਹਨਾਂ ਨੇ ਕੁਝ ਕੋਟੇਸ਼ਨਸ ਪੜ੍ਹ ਕੇ ਸੁਣਾਈਆਂ, ਕੁਝ ਗੱਲਾਂ ਪੜ੍ਹ ਕੇ ਸੁਣਾਈਆਂ ਜਿਹੜੀਆਂ ਕਿ ਅਸੀਂ ਔਨ 에ਅਰ ਵੀ ਨਹੀਂ ਕਹਿ ਸਕਦੇ। ਤੇ ਜਦੋਂ ਉਹਨਾਂ ਨੇ ਅਸੈਂਬਲੀ ਦੇ ਵਿੱਚ ਕਹੀਆਂ ਤਾਂ ਮਾਣਯੋਗ ਸਪੀਕਰ ਸਾਹਿਬ ਨੇ ਉਹਨਾਂ ਨੂੰ ਰੋਕਿਆ ਅਤੇ ਉਹਨਾਂ ਨੂੰ ਕਿਹਾ ਕਿ ਇਹ ਭਾਸ਼ਾ ਦਾ ਇਸਤੇਮਾਲ ਤੁਸੀਂ ਵਿਧਾਨ ਸਭਾ ਦੇ ਵਿੱਚ ਨਹੀਂ ਕਰ ਸਕਦੇ, ਇਹ ਗੈਰ ਪਾਰਲੀਮੈਂਟਰੀ ਲੈਂਗੁਏਜ ਹੈ। ਤਾਂ ਉਹਨਾਂ ਨੇ ਜਵਾਬ ਦੇ ਵਿੱਚ ਇਹ ਗੱਲ ਆਖੀ ਕਿ ਜੇ ਗੱਲਾਂ ਪਾਰਲੀਮੈਂਟ ਦੇ ਵਿੱਚ ਨਹੀਂ ਕੀਤੀਆਂ ਜਾ ਸਕਦੀਆਂ, ਜਿੱਥੇ ਅਡਲਟਸ ਬੈਠੇ ਨੇ ਸਾਰੇ MLA, ਅਸੀਂ ਔਨ 에ਅਰ ਨਹੀਂ ਕਰ ਸਕਦੇ, ਤਾਂ ਫਿਰ ਜਿਹੜੇ 11 ਸਾਲ ਦੇ ਛੋਟੇ ਬੱਚੇ ਹੈ ਉਹਨਾਂ ਨੂੰ ਇਹਨਾਂ ਦੇ ਪ੍ਰਤੀ ਐਕਸਪੋਜ਼ ਕਿਉਂ ਕੀਤਾ ਜਾ ਰਿਹਾ ਹੈ? ਸਕੂਲਾਂ ਦੀਆਂ ਸ਼ੈਲਫ ਦੇ ਉੱਤੇ ਉਹਨਾਂ ਨੇ ਕਿਹਾ ਕਿ ਇਹ ਕਿਤਾਬਾਂ ਕਿਉਂ ਪਈਆਂ ਨੇ। ਸੋ ਉਸ ਕਿਤਾਬ ਦਾ ਇਹ ਮਸਲਾ ਉੱਠਿਆ ਸੀ। ਉਸ ਦੀ ਤਰ੍ਹਾਂ ਹੋਰ ਵੀ ਕੁਝ ਕਿਤਾਬਾਂ ਨੇ ਜਿਸ ਦਾ ਜਵਾਬ ਸਰਕਾਰ ਦੇ ਮੰਤਰੀ ਨੇ, ਸੰਬੰਧਿਤ ਮੰਤਰੀ ਨੇ ਇਹ ਦਿੱਤਾ ਕਿ ਇਹ ਕਿਤਾਬਾਂ ਸੁਪਰਵਿਜ਼ਨ ਦੇ ਵਿੱਚ ਪੜ੍ਹਾਈਆਂ ਜਾਂਦੀਆਂ ਨੇ ਤੇ ਇਹ ਜਿਹੜਾ ਮਟੀਰੀਅਲ ਹੈ ਸਾਰਾ ਏਜ ਐਪਰੋਪਰੀਏਟ ਹੈ ਤੇ ਸਕੂਲਾਂ ਦੇ ਵਿੱਚ ਡਾਈਵਰਸਿਟੀ ਤੇ ਜੈਂਡਰ ਆਈਡੈਂਟੀਟੀ ਨੂੰ ਲੈ ਕੇ ਜਿਹੜੀ ਸਹਿਣਸ਼ੀਲਤਾ ਵਧਾਉਣ ਦੇ ਵਾਸਤੇ ਇਹ ਕਿਤਾਬਾਂ ਉੱਥੇ ਰੱਖੀਆਂ ਗਈਆਂ ਨੇ। ਕੀ ਸਿਰਫ ਭਾਈਚਾਰਾ ਹੀ ਇਹਦਾ ਵਿਰੋਧ ਕਰ ਰਿਹਾ ਕਿ ਇਸ ਤੋਂ ਬਾਹਰ ਹੋਰ ਲੋਕ ਵੀ ਵਿਰੋਧ ਕਰਦੇ ਨੇ? ਵੱਖ-ਵੱਖ ਭਾਈਚਾਰੇ, ਆਪਾਂ ਇੱਕ ਭਾਈਚਾਰਾ ਨਹੀਂ ਕਹਿ ਸਕਦੇ ਕਿਉਂਕਿ ਜੇ ਤੁਸੀਂ ਇਸ ਦਾ ਵਿਰੋਧ ਦੇਖੋ ਵਰਲਡ ਲੈਵਲ ਦੇ ਉੱਤੇ, ਜੇ ਤੁਸੀਂ ਦੇਖੋ ਤਾਂ ਵੱਖ-ਵੱਖ ਭਾਈਚਾਰੇ ਜਿਹੜੇ ਤੁਸੀਂ ਕਹਿ ਲਓ ਸੋਸ਼ਲ ਕੰਜ਼ਰਵੇਟਿਵ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ, ਧਾਰਮਿਕ ਬਿਰਤੀ ਦੇ ਲੋਕ, ਵੱਖ-ਵੱਖ ਧਰਮਾਂ ਦੇ
ਚਾਹੇ ਉਹ ਮੁਸਲਮਾਨ ਨੇ, ਚਾਹੇ ਕ੍ਰਿਸਚਨ ਨੇ, ਚਾਹੇ ਸਿੱਖ ਭਾਈਚਾਰਾ ਹੈ, ਉਹ ਸਾਰੇ ਇਸ ਦੇ ਵਿਰੋਧ ਦੇ ਵਿੱਚ ਉਹ ਸ਼ਾਮਲ ਨੇ। ਅੱਛਾ, ਕੁਛ ਲੋਕਾਂ ਨੂੰ ਇਹ ਵੀ ਲੱਗਦਾ ਕਿ ਇਹ ਚੀਜ਼ਾਂ ਆਈਆਂ ਨਹੀਂ ਹੈ ਕਿਸੇ ਖਾਸ ਪਲੈਨਿੰਗ ਦੇ ਤਹਿਤ ਲਿਆਂਦੀਆਂ ਗਈਆਂ ਨੇ, ਇਹਦੇ ਪਿੱਛੇ ਕੋਈ ਡੀਪ ਜਿਹੜੀ ਸੋਚ ਆ ਉਹ ਕੰਮ ਕਰਦੀ ਆ। ਇੱਦਾਂ ਰਾਤੋਂ ਰਾਤ ਕਿੱਦਾਂ ਹੋ ਗਿਆ ਕਿ ਇਹ ਚੀਜ਼ਾਂ ਆ ਗਈਆਂ ਹੁਣ ਅਤੇ ਸਕੂਲਾਂ 'ਚ ਪੜ੍ਹਾਉਣ ਲੱਗ ਗਏ ਹੋਣ? ਇਹਦੇ ਪਿੱਛੇ ਕੁਛ ਜਿਹੜੀਆਂ ਵੱਡੀਆਂ ਕੋਈ ਕਾਰਪੋਰੇਟ ਘਰਾਣੇ ਉਹ ਜਦੋਂ ਸਪੋਰਟ ਦੇ ਵਿੱਚ ਆਉਂਦੇ ਨੇ ਇਹਦੇ, ਤੇ ਫਿਰ ਉਹ ਉਹਨਾਂ ਤੰਦਾਂ ਨੂੰ ਜੋੜ ਕੇ ਦੱਸਦੇ ਨੇ ਕਿ ਇਹ ਦੇਖੋ, ਇਹ ਜਿਹੜੇ ਘਰਾਣੇ ਦੇ ਸਪੋਰਟ 'ਚ ਆ ਰਹੇ ਨੇ, ਇਹਦੇ ਪਿੱਛੇ ਕੁਛ ਵੱਡੀ ਪਲੈਨਿੰਗ ਆ ਜਿਹੜੀ ਸ਼ਾਇਦ ਆਮ ਲੋਕਾਂ ਨੂੰ ਸਮਝ ਨਹੀਂ ਆ ਰਹੀ ਹਲੇ। ਕੁਛ ਲੋਕ ਇਹਨੂੰ ਇਵੇਂ ਵੀ ਜੋੜਦੇ ਨੇ, ਕੁਛ ਕਹਿੰਦੇ ਨਹੀਂ, ਇਹ ਸਿਰਫ ਨਿਆਣਿਆਂ ਨੂੰ ਐਜੂਕੇਸ਼ਨ ਦੇਣ ਤੱਕ ਹੀ ਸੀਮਤ ਆ ਕਿ ਤੁਹਾਨੂੰ ਸਾਰੀਆਂ ਗੱਲਾਂ ਦਾ ਗਿਆਨ ਹੋਵੇ। ਪਰ ਉਹਦੀ ਕੁਛ ਫਿਰ ਉਹਦੇ ਜਵਾਬੀ ਕਾਰਵਾਈ ਦਿੰਦੇ ਨੇ ਕਿ ਬਈ ਇਹਦਾ ਗਿਆਨ ਦੇਣ ਦੀ ਇੱਕ ਉਮਰ ਹੁੰਦੀ ਆ, ਉਹਨੂੰ ਸਮਝਣ ਦਾ ਇੱਕ ਵੇਲਾ ਹੁੰਦਾ ਆ, ਕਿਉਂਕਿ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ ਹੁੰਦੀਆਂ ਨੇ। ਜਦੋਂ ਜਿਹੜੀ ਚੀਜ਼ ਦਾ ਵੇਲਾ ਆ ਉਹਨੂੰ ਉਦੋਂ ਹੀ ਚੀਜ਼ ਉਹਦੇ ਬਾਰੇ ਜਾਣਕਾਰੀ ਮਿਲੇ ਤੇ ਸ਼ੋਭਾ ਦਿੰਦੀ ਹੈ ਕਿ ਵਾਕਈ ਜੀ ਕੋਈ ਡੀਪ ਪਲੈਨਿੰਗ ਹੋ ਸਕਦੀ ਇਹਦੇ ਪਿੱਛੇ। ਕਾਲੂ ਸਾਹਿਬ, ਬੱਚਿਆਂ ਦਾ ਜਿਹੜਾ ਬਾਲ ਮਨ ਹੈ ਉਹ ਬੜਾ ਅਨਭੋਲ ਹੁੰਦਾ ਹੈ। ਜਦੋਂ ਇਸ ਤਰ੍ਹਾਂ ਦੀਆਂ ਗ੍ਰਾਫਿਕ ਚੀਜ਼ਾਂ ਉਹ ਕਿਤਾਬਾਂ ਦਰਅਸਲ ਅਸੀਂ ਔਨ ਏਅਰ ਤੁਸੀਂ ਦਿਖਾ ਵੀ ਨਹੀਂ ਸਕਦੇ, ਜੇ ਆਪਾਂ ਦਿਖਾਈਏ ਤਾਂ ਤੁਹਾਨੂੰ ਵੀ ਬਲਰ ਕਰਨੀਆਂ ਪੈ ਜਾਣ ਉਹ ਕਿਤਾਬਾਂ। ਉਹ ਅਣਭੋਲ ਬੱਚਿਆਂ ਦੇ ਉੱਤੇ ਜਿਹੜਾ ਇਸ ਤਰ੍ਹਾਂ ਦੇ ਕੰਟੈਂਟ ਦਾ ਅਸਰ, ਗਲਤ ਅਸਰ ਹੋ ਸਕਦਾ ਹੈ, ਅਸੀਂ ਸਾਰੇ ਹੀ ਜਾਣਦੇ ਹਾਂ। ਫਿਰ ਪਰ ਸਰਕਾਰ ਇਹ ਤਰਕ ਦਿੰਦੀ ਹੈ ਕਿ ਉਹ ਸੁਪਰਵਿਜ਼ਨ ਦੇ ਵਿੱਚ ਹੈ, ਏਜ ਐਪਰੋਪਰੀਏਟ ਹੈ, ਐਪਰੋਪਰੀਏਟ ਏਜ ਦੇ ਵਿੱਚ ਹੀ ਇਹ ਚੀਜ਼ਾਂ ਦਿਖਾਈਆਂ ਜਾਂਦੀਆਂ ਨੇ। ਪਰ ਉਹ ਉੱਥੇ ਹੋਣਾ, ਉਹਨਾਂ ਦਾ ਬੱਚਿਆਂ ਦਾ ਐਕਸਪੋਜ਼ ਹੋਣਾ, ਤੇ ਇੱਕ ਮਾਂ-ਬਾਪ ਦਾ ਜਿਹੜਾ ਫਿਕਰ ਹੈ, ਤੁਸੀਂ ਉਸ ਨਜ਼ਰੀਏ ਤੋਂ ਦੇਖੋ, ਮਾਂ-ਬਾਪ ਦਾ ਜਿਹੜਾ ਫਿਕਰ ਹੈ ਉਹਨੂੰ ਛੁਟਾਇਆ ਨਹੀਂ ਜਾ ਸਕਦਾ। ਮਾਂ-ਬਾਪ ਨੇ ਜਿਹੜਾ ਬੱਚੇ ਦੇ ਭਵਿੱਖ ਦੇ ਵਿੱਚ ਉਹਨਾਂ ਦਾ ਸਭ ਕੁਝ ਆਪਣੇ ਬੱਚੇ ਦੇ ਦਾਅ 'ਤੇ ਲੱਗਿਆ ਹੁੰਦਾ। ਸੋ ਜੇ ਕੋਈ ਕੰਸਰਨ ਪੇਰੈਂਟਸ ਦਾ ਹੈ, ਜੇ ਕੋਈ ਪ੍ਰੋਟੈਸਟ ਹੋ ਰਹੇ ਨੇ, ਕਮਿਊਨਿਟੀ ਦੇ ਵਿੱਚ ਆਵਾਜ਼ ਉੱਠ ਰਹੀ ਹੈ, ਤਾਂ ਮੇਰਾ ਮੰਨਣਾ ਹੈ ਚਾਹੇ ਜੋ ਵੀ ਆਈਡੀਓਲੋਜੀ ਹੋਵੇ ਸਰਕਾਰ ਦੀ, ਚਾਹੇ ਕੁਛ ਵੀ ਇਸ ਦੇ ਪਿੱਛੇ ਕੋਈ ਵੀ ਜਿਹੜਾ ਇੱਕ ਏਜੰਡਾ ਦੱਸਿਆ ਜਾਂਦਾ ਹੋਵੇ, ਜਦੋਂ ਤੱਕ ਦੇਖੋ ਉਸ ਦੇ ਪ੍ਰਤੱਖ ਸਬੂਤ ਨਹੀਂ ਆਉਂਦੇ ਉਦੋਂ ਤੱਕ ਆਪਾਂ ਕਿਸੇ ਗੱਲ 'ਤੇ ਮੋਹਰ ਨਹੀਂ ਲਾ ਸਕਦੇ। ਥਿਊਰੀਜ਼ ਨੇ ਜਿਹੜੀਆਂ, ਥਿਊਰੀਜ਼ ਵੱਖ-ਵੱਖ ਵਿਚਾਰਧਾਰਾ ਦੇ ਲੋਕ ਉਹ ਦਿੰਦੇ ਹੈ, ਪਰ ਫਿਰ ਵੀ ਹਰੇਕ ਚੀਜ਼ ਨੂੰ ਇੱਕ ਪਾਸੇ ਰੱਖਦੇ ਹੋਏ ਜੇ ਮਾਂ-ਬਾਪ ਦਾ, ਪੇਰੈਂਟਸ ਦਾ, ਕਮਿਊਨਿਟੀ ਦਾ ਐਡਾ ਵੱਡਾ ਕੰਸਰਨ ਹੈ ਤਾਂ ਉਸ ਕੰਸਰਨ ਨੂੰ ਐਡਰੈਸ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਕਿਉਂਕਿ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਹੈ ਜਾਂ ਸਰਕਾਰ ਦਾ ਜਿਹੜਾ ਕੰਮ ਹੈ ਉਹ ਕਿਸੇ ਇੱਕ ਵਿਚਾਰਧਾਰਾ ਜਾਂ ਜਿਹੜੀ ਉਹਨਾਂ ਨੂੰ ਸਪੋਰਟਿਵ ਵਿਚਾਰਧਾਰਾ ਹੈ ਉਸ ਦੇ ਹੱਕ ਦੇ ਵਿੱਚ ਖੜਨਾ ਨਹੀਂ। ਸਰਕਾਰ ਦਾ ਕੰਮ ਹੁੰਦਾ ਵੱਖੋ ਵੱਖਰੇ ਜਿਹੜੇ ਸਟੇਕ ਹੋਲਡਰਸ ਹੈ ਕਮਿਊਨਿਟੀ ਦੇ ਵਿੱਚ, ਸਮਾਜ ਦੇ ਵਿੱਚ ਜਿਹੜੇ ਵੱਖੋ ਵੱਖਰੇ ਲੋਕ ਹੈ, ਉਹਨਾਂ ਸਾਰਿਆਂ ਦੇ ਹੀ ਇੰਟਰਸਟ ਬੈਲੈਂਸ ਕਰਨੇ ਨੇ ਸਰਕਾਰ ਨੇ। ਤਾਂ ਇੱਕ ਬੜਾ ਹੀ ਡੈਲੀਕੇਟ ਕੰਮ ਹੋ ਜਾਂਦਾ ਹੈ। ਇੱਕ ਰੱਸੀ ਦੇ ਉੱਤੇ ਟਾਈਟ ਰੋਪ ਵਾਕ, ਜਿਹੜੀ ਰੱਸੀ ਦੇ ਉੱਤੇ ਤੁਰਨ ਵਾਲਾ ਕੰਮ ਹੋ ਜਾਂਦਾ। ਸੋ ਉਹ ਬੈਲੈਂਸਿੰਗ ਐਕਟ ਮੈਂ ਸਮਝਦਾ, ਚਾਹੇ ਇਹ ਸਰਕਾਰ ਹੈ ਚਾਹੇ ਅਗਲੀ ਸਰਕਾਰ ਹੈ, ਉਹਨਾਂ ਦਾ ਇਹ ਕਹਿਣਾ ਹੈ ਕਿ ਸੋਜੀ ਪ੍ਰੋਗਰਾਮ ਨੂੰ ਉਹ ਰੱਦ ਕਰਨਗੇ, ਕੰਜ਼ਰਵੇਟਿਵ ਪਾਰਟੀ, ਤੇ ਉਹ ਐਂਟੀ ਬੁਲਿੰਗ ਪ੍ਰੋਗਰਾਮ ਇੰਟਰੋਡਿਊਸ ਕਰਨਗੇ ਬੁਲਿੰਗ ਨੂੰ ਰੋਕਣ ਦੇ ਵਾਸਤੇ, ਜਿਸ ਦੇ ਵਿੱਚ ਜੈਂਡਰ ਆਈਡੀਓਲੋਜੀ ਜਿਹੜੀ ਹੈ ਉਹ ਇਸ ਤਰ੍ਹਾਂ ਉਸ ਦਾ ਪ੍ਰਤੱਖ ਦਿਖਾਵਾ ਨਹੀਂ ਹੋਊਗਾ, ਪਰ ਇੱਕ ਜਨਰਲੀ ਕਿਹਾ ਜਾਊਗਾ ਕਿ ਜਿਹੜੀ ਬੁਲਿੰਗ ਹੈ ਇਹ ਮਾੜੀ ਚੀਜ਼ ਹੈ। ਕਿਸੇ ਵੀ ਆਧਾਰ ਦੇ ਉੱਤੇ ਕਿਸੇ ਵੀ ਬੱਚੇ ਦੇ ਨਾਲ ਸਕੂਲਾਂ ਦੇ ਵਿੱਚ ਬੁਲਿੰਗ ਨਹੀਂ ਹੋਣੀ ਚਾਹੀਦੀ। ਕੀ ਮੌਜੂਦਾ ਜਿਹੜੀ ਸੱਤਾਧਾਰੀ ਪਾਰਟੀ ਹੈ BCNDP ਉਸ ਗੱਲ ਤੇ ਵਜਿੱਦ ਨੇ ਕਿ ਅਸੀਂ ਇਹਨੂੰ ਲਾਗੂ ਹੀ ਰੱਖਣਾ, ਕਿ ਜਾਂ ਉਹ ਵੀ ਇਹਦੇ ਬਾਰੇ ਰੀਥਿੰਕ ਕਰਨ ਬਾਰੇ ਸੋਚਦੇ? ਜਿਹੜੇ ਪਲਾਨਸ, ਜੋ ਜਵਾਬ ਵਿਧਾਨ ਸਭਾ 'ਚ ਦਿੱਤਾ ਗਿਆ ਕਾਲੂ ਸਾਹਿਬ, ਉਸ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀਆਂ ਕਿਤਾਬਾਂ ਨੇ ਇਹ ਬਿਲਕੁਲ ਸਾਰਾ ਮਟੀਰੀਅਲ ਏਜ ਐਪਰੋਪਰੀਏਟ ਹੈ, ਤੇ ਸੋਜੀ ਵੀ ਜਿਹੜੀ ਏਜ ਐਪਰੋਪਰੀਏਟ ਹੈ, ਤੇ ਇਸ ਨੂੰ ਇੱਕ ਸੇਫ এনवायरमेंट ਬਣਾਉਣ ਦੇ ਵਾਸਤੇ ਸਕੂਲਾਂ ਦੇ ਵਿੱਚ ਇਸ ਨੂੰ ਲਿਆਂਦਾ ਗਿਆ। ਸੋ ਕਿਤੇ ਵੀ ਉਸ ਜਵਾਬ ਤੋਂ ਇਹ ਨਹੀਂ ਲੱਗਿਆ ਕਿ ਇਸ ਦੇ ਉੱਤੇ ਸਰਕਾਰ ਕੋਈ ਬੈਕ ਟਰੈਕ ਕਰਨ ਦਾ ਜਾਂ ਗੱਲਬਾਤ ਕਰਨ ਦਾ, ਸਗੋਂ ਉਸ ਤੋਂ ਬਾਅਦ ਇੱਕ ਲਾਅ ਪਾਸ ਕੀਤਾ ਗਿਆ ਸੀ ਜਿਸ ਦੇ ਵਿੱਚ ਸਕੂਲਾਂ ਦੇ ਆਲੇ ਦੁਆਲੇ ਪ੍ਰੋਟੈਸਟ ਬੈਨ ਕਰ ਦਿੱਤੇ ਗਏ। ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਸਕੂਲਾਂ ਦੇ ਇਰਦ ਗਿਰਦ ਜਦੋਂ ਸੋਜੀ ਦੇ ਵਿਰੋਧ ਦੇ ਵਿੱਚ ਕਮਿਊਨਿਟੀ ਦੇ ਮੈਂਬਰ ਉੱਥੇ ਪ੍ਰੋਟੈਸਟ ਕਰਨ ਜਾਂਦੇ ਸੀ, ਸੋ ਸਕੂਲਾਂ ਦੀ ਪੈਰੀਫਰੀਜ਼ ਦੇ ਵਿੱਚ ਉਸ ਪ੍ਰੋਟੈਸਟ ਨੂੰ ਰੋਕਣ ਦੇ ਵਾਸਤੇ ਜਿਹੜਾ ਸੋਜੀ ਦੇ ਵਿਰੋਧ ਦੇ ਵਿੱਚ ਸੀ, ਉਹ ਸਰਕਾਰ ਨੇ ਚਾਰਾਜ਼ੋਈ ਜ਼ਰੂਰ ਕੀਤੀ ਹੈ। ਤੁਹਾਨੂੰ ਲੱਗਦਾ ਕਿ ਇਸ ਵਾਰੀ ਹੁਣ 19 ਤਰੀਕ ਨੂੰ ਵੋਟਾਂ ਨੇ, ਲੋਕ ਇਸ ਮੁੱਦੇ ਨੂੰ ਆਧਾਰ ਬਣਾ ਕੇ, ਜਾਂ ਇਹ ਮੁੱਦਾ ਕੁਝ ਲੋਕਾਂ ਲਈ ਇੰਨਾ ਅਹਿਮ ਹੋ ਸਕਦਾ ਹੈ ਕਿ ਇਹ ਤੋਂ ਦੁਖੀ ਹੋ ਕੇ ਜਾਂ ਇਹ ਤੋਂ ਖੁਸ਼ ਹੋ ਕੇ ਲੋਕ ਕਿਸੇ ਇੱਕ ਖਾਸ ਪਾਰਟੀ ਦੇ ਹੱਕ 'ਚ ਜਾਂ ਖਿਲਾਫ 'ਚ ਭੁਗਤ ਸਕਦੇ ਨੇ? ਸਕੂਲੀ ਵਿੱਦਿਆ ਦਾ ਜਿਹੜਾ ਮਸਲਾ ਹੈ, ਤੁਸੀਂ ਦੇਖੋ ਬਹੁਤ ਬਰੋਡਰ ਇਸ਼ੂ ਹੈ। ਜੋ ਤੁਸੀਂ ਪੋਰਟੇਬਲਸ ਦੀ ਗੱਲ ਕੀਤੀ, ਸਕੂਲੀ ਐਜੂਕੇਸ਼ਨ ਦੀ ਗੱਲ ਕੀਤੀ, ਸਕੂਲੀ ਐਜੂਕੇਸ਼ਨ ਦੇ ਵਿੱਚ ਵੀ ਦੇਖੋ, ਕਿਉਂਕਿ ਬੱਚਿਆਂ ਦਾ ਭਵਿੱਖ ਇਸ ਦੇ ਦਾਅ 'ਤੇ ਲੱਗਿਆ ਹੋਇਆ। ਸੋ ਮੈਂ ਮੰਨਦਾ ਕਿ ਇਹ ਇੱਕ ਬੜਾ ਅਹਿਮ ਮੁੱਦਾ ਹੈ।
ਇਸ ਦੇ ਉੱਤੇ ਜੋ ਆਈਡੀਓਲੋਜੀਕਲ ਡਿਵਾਈਡ ਵੀ ਤੁਹਾਨੂੰ ਦਿਸ ਰਿਹਾ ਉਹ ਪਾਰਟੀ ਲਾਈਨਸ ਦੇ ਉੱਤੇ ਦਿਖ ਰਿਹਾ। ਜੋ ਕੰਜ਼ਰਵੇਟਿਵ ਮਾਈਂਡਡ ਲੋਕ ਨੇ ਉਸ ਦਾ ਵਿਰੋਧ ਕਰ ਰਹੇ ਨੇ, ਜੋ ਸੋਸ਼ਲੀ ਕੰਜ਼ਰਵੇਟਿਵ ਹੈ, ਜੋ ਸੋਸ਼ਲੀ ਜਿਸ ਤਰ੍ਹਾਂ ਕਹਿ ਲਓ ਵੀ ਕੰਜ਼ਰਵੇਟਿਵ ਨਹੀਂ, ਸੋਸ਼ਲੀ ਪ੍ਰੋਗਰੈਸਿਵ ਨੇ ਜਾਂ ਐਕਟਿਵਿਸਟ ਲੋਕ ਨੇ, ਉਹ ਇਸ ਦਾ ਸਮਰਥਨ ਕਰਦੇ ਆ। ਸੋ ਇਹ ਆਈਡੀਓਲੋਜੀਕਲ ਡਿਵਾਈਡ ਤਾਂ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਵੋਟਾਂ 'ਤੇ ਕੀ ਅਸਰ ਹੁੰਦਾ ਹੈ, ਕਿੰਨੇ ਲੋਕ ਹੱਕ ਦੇ ਵਿੱਚ ਭੁਗਤਦੇ ਨੇ, ਕਿੰਨੇ ਲੋਕ ਵਿਰੋਧ ਦੇ ਵਿੱਚ ਭੁਗਤਦੇ ਨੇ, ਉਸ ਦੇ ਲਈ ਆਪਾਂ ਨੂੰ 19 ਤਰੀਕ ਦਾ ਇੰਤਜ਼ਾਰ ਕਰਨਾ ਪਊਗਾ ਕਾਲੋਂ ਸਾਹਿਬ। ਪਰ ਇਹ ਗੱਲ ਡਿਨਾਈ ਨਹੀਂ ਕੀਤੀ ਜਾ ਸਕਦੀ ਕਿ ਸਕੂਲੀ ਐਜੂਕੇਸ਼ਨ ਦਾ ਮਸਲਾ ਅਤੇ ਜੈਂਡਰ ਆਈਡੀਓਲੋਜੀਜ਼ ਦਾ ਮਸਲਾ ਕਮਿਊਨਿਟੀ ਦੇ ਵਿੱਚ ਵੱਖ-ਵੱਖ ਭਾਈਚਾਰਿਆਂ ਦੇ ਵਿੱਚ, ਇਕੱਲੇ ਸਿੱਖ ਭਾਈਚਾਰੇ ਜਾਂ ਪੰਜਾਬੀ ਭਾਈਚਾਰੇ ਦੇ ਵਿੱਚ ਨਹੀਂ, ਮੁਸਲਮਾਨ ਭਾਈਚਾਰੇ ਦੇ ਵਿੱਚ, ਈਸਾਈ ਭਾਈਚਾਰੇ ਦੇ ਵਿੱਚ ਇਹ ਬੜੇ ਜ਼ੋਰ ਦੇ ਨਾਲ ਇਸ ਨੂੰ ਉਭਾਰਿਆ ਗਿਆ। ਅਖੀਰ ਦੇ ਵਿੱਚ ਜਿਹੜੇ ਤੇ ਇਹਨੂੰ ਅਸੈਪਟ ਕਰੀ ਬੈਠੇ ਨੇ ਉਹ ਠੀਕ ਹੈ, ਜਿਹੜੇ ਵਿਰੋਧ ਕਰਦੇ ਨੇ ਤੁਹਾਨੂੰ ਲੱਗਦਾ ਕਦੀ ਉਹਦਾ ਵਿਰੋਧ ਕਰਨੋਂ ਹਟਣਗੇ? ਇਸ ਦੇ ਵਿੱਚ ਦੇਖੋ ਜਿਹੜੀ ਅਗੇਨ ਮੋਟੀਵੇਸ਼ਨ ਦੀ ਗੱਲ ਆ ਜਾਂਦੀ ਹੈ। ਜੇ ਤਾਂ ਇਸ ਦੇ ਵਿੱਚ ਕੋਈ ਚੇਂਜ, ਉੱਥੇ ਫਿਰ ਮੈਂ ਗੱਲ ਲੈ ਕੇ ਆਊਂਗਾ ਇੱਕ ਮਿਡਲ ਗਰਾਊਂਡ ਲੱਭਣ ਦੇ ਉੱਤੇ। ਜਿਹੜੀ ਪਾਲਿਸੀ ਮੇਕਿੰਗ ਹੈ ਕਾਲਮ ਸਾਹਿਬ, ਉਹ ਇੱਕ ਬੈਲੈਂਸਿੰਗ ਐਕਟ ਹੈ। ਉਸ ਦੇ ਵਿੱਚ ਵੱਖ-ਵੱਖ ਲੋਕਾਂ ਦੇ ਵੱਖ-ਵੱਖ ਵਿਚਾਰਧਾਰਾਵਾਂ ਨੂੰ, ਸੋਚਾਂ ਨੂੰ, ਵੱਖ-ਵੱਖ ਨਜ਼ਰੀਏ ਨੂੰ ਬੈਲੈਂਸ ਕਿਸ ਤਰ੍ਹਾਂ ਕਰਨਾ ਹੈ। ਪਾਲਿਸੀ ਮੇਕਿੰਗ ਇਹੀ ਹੈ। ਸਰਕਾਰ ਜਿਹੜੀ ਇਸੇ ਤਰ੍ਹਾਂ ਚੱਲਦੀ ਹੈ ਜੀ ਕਿ ਵੱਖ-ਵੱਖ ਸਟੇਕ ਹੋਲਡਰਸ ਨੂੰ ਬੈਲੈਂਸ ਕੀਤਾ ਜਾਵੇ। ਸੋ ਇਹ ਜਿਹੜੇ ਵਿਰੋਧ ਕਰਨ ਤੋਂ ਹਟਣ ਦੀ ਗੱਲ ਹੈ, ਕਿਸੇ ਨਾ ਕਿਸੇ ਨੂੰ ਤਾਂ ਉਹਨਾਂ ਦੇ ਨਾਲ ਡਾਇਲੋਗ ਕਰਨਾ ਪਊਗਾ ਨਾ। ਜੇ ਵਿਰੋਧ ਖਤਮ ਕਰਨਾ ਹੈ ਤਾਂ ਸਾਨੂੰ ਡਾਇਲੋਗ ਸ਼ੁਰੂ ਕਰਨਾ ਪਊਗਾ। ਡਾਇਲੋਗ ਸ਼ੁਰੂ ਕਰਕੇ ਜਿਹੜੇ ਉਹਨਾਂ ਦੇ ਐਡਰੈਸ, ਜਿਹੜੇ ਉਹਨਾਂ ਦੇ ਕੰਸਰਨ ਨੇ, ਉਹਨਾਂ ਦੇ ਜਿਹੜੇ ਖਦਸ਼ੇ ਹੈ, ਉਹਨਾਂ ਨੂੰ ਐਡਰੈਸ ਕੀਤਾ ਜਾਵੇ। ਉਹਨਾਂ ਦੇ ਖਦਸ਼ਿਆਂ ਨੂੰ ਸੁਣ ਕੇ ਉਸ ਦਾ ਨਿਵਾਰਨ ਕੀਤਾ ਜਾਵੇ ਤਾਂ ਵਿਰੋਧ ਵੀ ਖਤਮ ਹੋ ਜਾਊਗਾ ਤੇ ਕਮਿਊਨਿਟੀ ਦੇ ਵਿੱਚ ਜੋ ਡਿਵਾਈਡ ਹੈ ਉਹ ਵੀ ਖਤਮ ਹੋ ਜਾਊਗਾ। ਤੁਹਾਡਾ ਗਿੱਲ ਸਾਹਿਬ ਅੱਜ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਬਹੁਤ ਸ਼ੁਕਰੀਆ ਖਾਲਸਾ ਸਾਹਿਬ। ਸੋ ਇਸ ਸਾਡੇ ਨਾਲ ਐਡਵੋਕੇਟ ਲਵਲੀਨ ਸਿੰਘ ਗਿੱਲ। ਅੱਜ ਦੀ ਇਹ ਗੱਲਬਾਤ ਸੋਜੀ 123 ਦੇ ਉੱਤੇ ਸੀ। ਆਪਣੀ ਰਾਏ, ਆਪਣੀ ਟਿੱਪਣੀ ਇਸ ਮੁੱਦੇ ਉੱਤੇ ਜ਼ਰੂਰ ਸਾਂਝੀ ਕਰਿਓ ਨਾਲ ਦੇ ਨਾਲ। ਤੇ ਇੱਕ ਅਖੀਰ ਦੇ ਵਿੱਚ ਬੇਨਤੀ ਜਾਂਦੇ ਜਾਂਦੇ ਇਹ ਕਿ 19 ਅਕਤੂਬਰ ਨੂੰ ਵੋਟਾਂ ਨੇ ਭਾਈ। ਜਿਹੜਾ ਵੀ ਕੋਈ ਸੁਣਦਾ ਹੈ ਭਾਈਚਾਰੇ ਦੇ ਜਿਨ੍ਹਾਂ ਨੇ ਵੋਟ ਹਾਲੇ ਤੱਕ ਨਹੀਂ ਪਾਈ, ਇਹ ਬਹੁਤ ਮੁਸ਼ਕਲ ਹੱਕ ਮਿਲਿਆ ਤੁਹਾਨੂੰ। ਇਸ ਹੱਕ ਨੂੰ ਮਾਣੋ, ਜਾ ਕੇ ਆਪਣੀ ਵੋਟ ਜ਼ਰੂਰ ਪਾਓ। ਜਿਸ ਮਰਜ਼ੀ ਪਾਰਟੀ ਨੂੰ ਤੁਸੀਂ ਪਾ ਕੇ ਆਓ, ਜਿਹੜੀ ਤੁਹਾਡੀ ਨੀਤੀਆਂ 'ਤੇ ਤੁਹਾਨੂੰ ਲੱਗਦਾ ਹੈ ਕਿ ਜਿਹਦੀਆਂ ਨੀਤੀਆਂ ਤੁਹਾਡੇ ਨਾਲ ਮੇਲ ਖਾਂਦੀਆਂ ਨੇ ਜਾਂ ਜਿਹੜੀ ਤੁਹਾਡੇ ਹਿਸਾਬ ਨਾਲ ਖਰੀ ਉਤਰੇਗੀ, ਉਹਨੂੰ ਵੋਟ ਜ਼ਰੂਰ ਪਾ ਕੇ ਆਓ। ਪਰ ਘਰੇ ਬੈਠ ਕੇ ਆਪਣੀ ਵੋਟ ਦਾ ਹੱਕ ਖਰਾਬ ਨਾ ਕੀਤਾ ਜਾਏ, ਇਹ ਬੇਨਤੀ ਜ਼ਰੂਰ ਮੰਨੀ ਜਾਏ। ਮੈਨੂੰ ਜੋਗਰਾਜ ਸਿੰਘ ਕਾਲੂ ਨੂੰ ਦਿਓ ਆ ਗਿਆ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।